ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਲਵਪ੍ਰੀਤ ਸਿੰਘ ਬੰਦੇ ਤੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਕ੍ਰੀਏਟਿਵ ਬੰਦੇ। ਅੱਜ ਅਸੀਂ ਗੱਲ ਕਰਾਂਗੇ ਕਲਪਨਾ ਸਰੋਜ ਜੀ ਬਾਰੇ। ਕਲਪਨਾ ਸਰੋਜ ਉਹ ਔਰਤ ਹੈ ਜੋ ਕਿ ਪਿਛੜੇ ਹੋਏ ਅਤੇ ਦਲਿਤ ਸਮਾਜ ਤੋਂ ਵਾਸਤਾ ਰੱਖਦੀ ਹੈ ਅਤੇ ਅੱਜ ਉਹ 2000 ਕਰੋੜ ਕੰਪਨੀ ਦੀ ਮਾਲਕ ਹੈ। ਇਸ ਸਫ਼ਰ ਨੂੰ ਉਹਨਾਂ ਨੇ ਕਿਵੇਂ ਤੈਅ ਕੀਤਾ ਅਤੇ ਕਿਹੜੀਆਂ ਪ੍ਰੋਬਲਮਾਂ ਨੂੰ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ। ਅਗਰ ਤੁਸੀਂ ਵੀ ਆਪਣੇ ਬਿਜ਼ਨਸ ਨੂੰ ਨਵੇਂ ਸਿਖਰ ਤੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਹ ਸਟੋਰੀ ਤੁਹਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰੇਗੀ। ਤਾਂ ਇਸ ਸਟੋਰੀ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਹਾਂਜੀ ਦੋਸਤੋ, ਸ਼ੁਰੂ ਕਰਦੇ ਹਾਂ। ਕਲਪਨਾ ਸਰੋਜ ਦੀ ਸਟੋਰੀ ਥੋੜੀ ਫਿਲਮੀ ਲੱਗਦੀ ਹੈ, ਪਰ ਇਹ 100% ਸੱਚ ਹੈ। ਕਲਪਨਾ ਸਰੋਜ ਦੀ ਕਹਾਣੀ ਉਸ ਦਲਿਤ ਪਿਛੜੇ ਸਮਾਜ ਦੀ ਉਸ ਕੁੜੀ ਦੀ ਕਹਾਣੀ ਹੈ ਜਿਸ ਨੂੰ ਜਨਮ ਤੋਂ ਹੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਮਾਜ ਦੇ ਤਾਨੇ ਸਹਿਣੇ ਪਏ, ਬਾਲ ਵਿਆਹ ਦਾ ਕਰੋਪ ਸਹਿਣਾ ਪਿਆ, ਸਹੁਰੇ ਪਰਿਵਾਰ ਦਾ ਅਤਿਆਚਾਰ ਸਹਿਣਾ ਪਿਆ ਅਤੇ 2 ਰੁਪਏ ਦਿਹਾੜੀ ਦੀ ਨੌਕਰੀ ਵੀ ਕਰਨੀ ਪਈ। ਇੱਕ ਸਮੇਂ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰਨ ਲਈ ਜ਼ਹਿਰ ਵੀ ਪੀ ਲਿਆ ਸੀ। ਲੇਕਿਨ ਅੱਜ ਉਹੀ ਕਲਪਨਾ ਸਰੋਜ 3000 ਕਰੋੜ ਕੰਪਨੀ ਦੀ ਮਾਲਕਣ ਹੈ। ਚਲੋ ਜਾਣਦੇ ਹਾਂ ਕਲਪਨਾ ਸਰੋਜ ਦੀ ਇੰਸਪਾਇਰਿੰਗ ਸਟੋਰੀ ਬਾਰੇ। ਕਲਪਨਾ ਸਰੋਜ ਦਾ ਜਨਮ 1961 ਮਹਾਰਾਸ਼ਟਰ ਦੇ ਅਗੋਲਾ ਜ਼ਿਲ੍ਹੇ ਦੇ ਪਿੰਡ ਰੋਪੜਖੇੜਾ ਵਿੱਚ ਇੱਕ ਦਲਿਤ ਪਰਿਵਾਰ ਵਿੱਚ ਹੋਇਆ ਸੀ। ਕਲਪਨਾ ਦੇ ਪਿਤਾ ਹਵਲਦਾਰ ਸੀ ਅਤੇ ਉਹਨਾਂ ਦੀ ਆਮਦਨੀ 3000 ਰੁਪਏ ਮਹੀਨਾ ਸੀ, ਜਿਸ ਵਿੱਚ ਕਲਪਨਾ ਦੇ 2 ਭਰਾ 3 ਭੈਣਾਂ, ਦਾਦਾ ਦਾਦੀ ਅਤੇ ਚਾਚਾ ਚਾਚੀ ਦੇ ਪੂਰੇ ਪਰਿਵਾਰ ਦਾ ਖਰਚਾ ਚੱਲਦਾ ਸੀ। ਉਹਨਾਂ ਦਾ ਪਰਿਵਾਰ ਪੁਲਿਸ ਕੁਆਟਰ ਵਿੱਚ ਰਹਿੰਦਾ ਸੀ। ਕਲਪਨਾ ਨੇੜੇ ਦੇ ਇੱਕ ਸਕੂਲ ਵਿੱਚ ਪੜ੍ਹਨ ਜਾਇਆ ਕਰਦੀ ਸੀ। ਉਹ ਪੜ੍ਹਨ ਵਿੱਚ ਹੁਸ਼ਿਆਰ ਸੀ, ਲੇਕਿਨ ਸਕੂਲ ਵਿੱਚ ਉਹਨਾਂ ਨੂੰ ਅਤੇ ਬਾਕੀ ਦਲਿਤ ਬੱਚਿਆਂ ਨੂੰ ਅਲੱਗ ਬਿਠਾਇਆ ਜਾਂਦਾ ਸੀ ਅਤੇ ਉਹਨਾਂ ਨਾਲ ਬਹੁਤ ਮਾੜਾ ਵਰਤਾਵ ਕੀਤਾ ਜਾਂਦਾ ਸੀ। ਕਲਪਨਾ ਸਰੋਜ ਆਪਣੇ ਬਚਪਨ ਬਾਰੇ ਦੱਸਦੇ ਹੋਏ ਕਹਿੰਦੇ ਹਨ ਕਿ ਸਾਡੇ ਪਿੰਡ ਵਿੱਚ ਨਾ ਹੀ ਬਿਜਲੀ ਸੀ ਅਤੇ ਨਾ ਹੀ ਕੋਈ ਸੁੱਖ ਸੁਵਿਧਾ ਸੀ, ਲੇਕਿਨ ਸਕੂਲ ਤੋਂ ਵਾਪਸ ਆਉਂਦੇ ਸਮੇਂ ਸਾਨੂੰ ਗੋਹਾ ਕੂੜਾ ਕਰਨਾ ਪੈਂਦਾ ਸੀ ਅਤੇ ਖੇਤਾਂ ਵਿੱਚ ਕੰਮ ਵੀ ਕਰਨਾ ਪੈਂਦਾ ਸੀ ਅਤੇ ਚੁੱਲ੍ਹਾ ਚਲਾਉਣ ਲਈ ਸਾਨੂੰ ਬਾਲਣ ਵਾਸਤੇ ਲੱਕੜਾਂ ਵੀ ਲਿਆਉਣੀਆਂ ਪੈਂਦੀਆਂ ਸਨ। ਕਲਪਨਾ ਸਰੋਜ ਜਿਸ ਸਮਾਜ ਵਿੱਚੋਂ ਸੀ ਉੱਥੇ ਕੁੜੀਆਂ ਨੂੰ ਜ਼ਹਿਰ ਸਮਝਿਆ ਜਾਂਦਾ ਸੀ। ਉਹਨਾਂ ਦਾ ਵਿਆਹ ਜਲਦੀ ਕਰਕੇ ਪਰਿਵਾਰ ਦਾ ਬੋਝ ਘੱਟ ਕੀਤਾ ਜਾਂਦਾ ਸੀ। ਜਦੋਂ ਕਲਪਨਾ ਸਰੋਜ 12 ਸਾਲ ਦੀ ਹੋਈ ਤਾਂ ਉਹ 7ਵੀਂ ਜਮਾਤ ਵਿੱਚ ਪੜ੍ਹ ਰਹੀ ਸੀ। ਜਦੀ ਸਮਾਜ ਦੇ ਦਬਾਅ ਵਿੱਚ ਆ ਕੇ ਕਲਪਨਾ ਦੇ ਪਿਤਾ ਨੇ ਉਸ ਦੀ ਪੜ੍ਹਾਈ ਰੋਕ ਕੇ ਉਸ ਦਾ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ। ਕਲਪਨਾ ਸਰੋਜ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਮੇਰੇ ਸਹੁਰੇ ਘਰ ਵਾਲੇ ਮੈਨੂੰ ਰੋਟੀ ਵੀ ਨਹੀਂ ਦਿੰਦੇ ਸਨ ਅਤੇ ਮੈਨੂੰ ਬਾਲਾਂ ਤੋਂ ਫੜ ਕੇ ਘੜੀਸਦੇ ਸਨ ਅਤੇ ਬਹੁਤ ਕੁੱਟਮਾਰ ਕਰਦੇ ਸੀ। ਜਾਨਵਰਾਂ ਤੋਂ ਵੀ ਮਾੜਾ ਵਰਤਾਅ ਕਰਦੇ ਸੀ। ਕਦੇ ਖਾਣੇ ਵਿੱਚ ਲੂਣ ਘੱਟ ਹੋਣ ਦੇ ਕਾਰਨ, ਕਦੇ ਕੱਪੜੇ ਸਾਫ਼ ਨਾ ਹੋਣ ਦੇ ਕਾਰਨ, ਅਤੇ ਹਰ ਕੋਈ ਮੇਰੇ 'ਤੇ ਹੱਥ ਸਾਫ਼ ਕਰਦਾ ਸੀ। ਇਹ ਸਭ ਸਹਿੰਦੇ ਕਲਪਨਾ ਦੀ ਹਾਲਤ ਇੰਨੀ ਖਰਾਬ ਹੋ ਗਈ ਅਤੇ ਜਦੋਂ ਉਹਨਾਂ ਦੇ ਪਿਤਾ 6 ਮਹੀਨੇ ਬਾਅਦ ਉਸ ਨੂੰ ਮਿਲਣ ਆਏ ਤਾਂ ਆਪਣੀ ਕੁੜੀ ਨੂੰ ਦੇਖ ਕੇ ਉਹ ਨਿਰਾਸ਼ ਹੋ ਗਏ ਅਤੇ ਉਸ ਨੂੰ ਵਾਪਸ ਆਪਣੇ ਪਿੰਡ ਲੈ ਗਏ। ਇੱਥੇ ਵੀ ਕਲਪਨਾ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। ਜਦੋਂ ਵਿਆਹੀ ਕੁੜੀ ਆਪਣੇ ਪੇਕੇ ਆ ਜਾਂਦੀ ਹੈ ਤਾਂ ਸਮਾਜ ਉਸ ਨੂੰ ਇੱਕ ਵੱਖਰੀ ਨਿਗਾਹ ਨਾਲ ਦੇਖਦਾ ਹੈ। ਗੁਆਂਢੀ ਉਹਨਾਂ 'ਤੇ ਤਾਨੇ ਮਾਰਨ ਲੱਗ ਜਾਂਦੇ ਹਨ ਅਤੇ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ। ਪਿਤਾ ਨੇ ਕਲਪਨਾ ਨੂੰ ਦੁਬਾਰਾ ਪੜ੍ਹਾਉਣ ਦੀ ਕੋਸ਼ਿਸ਼ ਕੀਤੀ, ਪਰ ਇੰਨੀ ਘੱਟ ਉਮਰ ਵਿੱਚ ਇੰਨੇ ਦੁੱਖ ਸਹਿ ਕੇ ਕਲਪਨਾ ਦੇ ਮਨ ਕਿਤੇ ਵੀ ਨਹੀਂ ਲੱਗ ਰਿਹਾ ਸੀ। ਹਰ ਪਾਸੇ ਨਿਰਾਸ਼ ਅਤੇ ਮਾਯੂਸ ਕਲਪਨਾ ਨੂੰ ਲੱਗਿਆ ਕਿ ਜ਼ਿੰਦਗੀ ਜਿਉਣਾ ਬਹੁਤ ਮੁਸ਼ਕਿਲ ਦਾ ਕੰਮ ਹੈ ਅਤੇ ਮਰ ਜਾਣਾ ਬਹੁਤ ਸੌਖਾ। ਉਹਨਾਂ ਨੇ ਕਿਤੋਂ ਕੀੜੇ ਮਾਰ ਜ਼ਹਿਰ ਦੀਆਂ 3 ਬੋਤਲਾਂ ਖਰੀਦ ਲਈਆਂ ਅਤੇ ਚੋਰੀ ਆਪਣੀ ਭੂਆ ਦੇ ਘਰੇ ਚਲੀ ਗਈ। ਭੂਆ ਜਦੋਂ ਚਾਹ ਬਣਾ ਰਹੀ ਸੀ ਤਾਂ ਉਸ ਵੇਲੇ ਕਲਪਨਾ ਨੇ 3 ਬੋਤਲਾਂ ਪੀ ਲਈਆਂ। ਜਦੋਂ ਭੂਆ ਚਾਹ ਬਣਾ ਕੇ ਵਾਪਸ ਆਈ ਤਾਂ ਉਸ ਦੇ ਹੱਥੋਂ ਚਾਹ ਦਾ ਕੱਪ ਥੱਲੇ ਡਿੱਗ ਗਿਆ। ਉਹਨਾਂ ਨੇ ਦੇਖਿਆ ਕਿ ਕਲਪਨਾ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਹੈ। ਜਲਦੀ ਹੀ ਡਾਕਟਰਾਂ ਦੀ ਮਦਦ ਲਿੱਤੀ ਗਈ। ਕਲਪਨਾ ਦਾ ਬਚਣਾ ਮੁਸ਼ਕਿਲ ਲੱਗ ਰਿਹਾ ਸੀ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉਹਨਾਂ ਦੀ ਜਾਨ ਬਚ ਗਈ। ਇਸ ਤੋਂ ਬਾਅਦ ਉਹਨਾਂ ਦਾ ਜੀਵਨ ਬਦਲ ਗਿਆ। ਜ਼ਿੰਦਗੀ ਨੇ ਕਲਪਨਾ ਨੂੰ ਜੀਣ ਦਾ ਇੱਕ ਹੋਰ ਮੌਕਾ ਦਿੱਤਾ ਅਤੇ ਕਲਪਨਾ ਕਹਿੰਦੀ ਹੈ ਕਿ ਜਦੋਂ ਮੈਂ ਬਚ ਗਈ ਤਾਂ ਮੈਂ ਸੋਚਿਆ ਜੇ ਕੁਝ ਕਰਕੇ ਮਰਿਆ ਜਾ ਸਕਦਾ ਹੈ ਤਾਂ ਕੁਝ ਕਰਕੇ ਜੀਆ ਜਾਵੇ। ਉਹਨਾਂ ਨੂੰ ਆਪਣੇ ਅੰਦਰ ਇੱਕ ਨਵੀਂ ਊਰਜਾ ਮਹਿਸੂਸ ਹੋਈ। ਉਹ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੀ ਸੀ। ਇਸ ਘਟਨਾ ਤੋਂ ਬਾਅਦ ਉਹਨਾਂ ਨੇ ਕਈ ਜਗ੍ਹਾ ਨੌਕਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਘੱਟ ਉਮਰ ਅਤੇ ਘੱਟ ਸਿੱਖਿਆ ਦੇ ਕਰਕੇ ਕਲਪਨਾ ਨੂੰ ਕੋਈ ਕੰਮ ਨਹੀਂ ਮਿਲ ਸਕਿਆ। ਇਸ ਕਰਕੇ ਕਲਪਨਾ ਨੇ ਮੁੰਬਈ ਜਾਣ ਦਾ ਫੈਸਲਾ ਕੀਤਾ। 16 ਸਾਲ ਦੀ ਉਮਰ ਵਿੱਚ ਕਲਪਨਾ ਆਪਣੇ ਰਿਸ਼ਤੇਦਾਰਾਂ ਦੇ ਇੱਥੇ ਆ ਗਈ। ਕਲਪਨਾ ਸਿਲਾਈ ਕਰਨਾ ਜਾਣਦੀ ਸੀ, ਇਸ ਕਰਕੇ ਉਹਨਾਂ ਦੇ ਰਿਸ਼ਤੇਦਾਰ ਕਲਪਨਾ ਨੂੰ ਕੱਪੜੇ ਦੀ ਮਿੱਲ ਵਿੱਚ ਕੰਮ ਦਿਵਾਉਣ ਲਈ ਲੈ ਗਏ। ਉਸ ਦਿਨ ਨੂੰ ਯਾਦ ਕਰਦੇ ਹੋਏ ਕਲਪਨਾ ਜੀ ਕਹਿੰਦੇ ਹਨ ਕਿ ਮੈਂ ਸਿਲਾਈ ਮਸ਼ੀਨ ਚਲਾਉਣਾ ਚੰਗੀ ਤਰ੍ਹਾਂ ਜਾਣਦੀ ਸੀ, ਪਰ ਪਤਾ ਨਹੀਂ ਕਿਉਂ ਉਸ ਦਿਨ ਮੇਰੇ ਤੋਂ ਮਸ਼ੀਨ ਨਹੀਂ ਚੱਲੀ।
ਇਸ ਕਰਕੇ ਮੈਨੂੰ ਧਾਗੇ ਕੱਟਣ ਦਾ ਕੰਮ ਦੇ ਦਿੱਤਾ ਗਿਆ, ਜਿਸ ਦੇ ਬਦਲੇ ਵਿੱਚ ਮੈਨੂੰ ਰੋਜ਼ਾਨਾ 2 ਰੁਪਏ ਮਿਲਦੇ ਸੀ। ਉਹਨਾਂ ਨੇ ਥੋੜ੍ਹੇ ਦਿਨ ਧਾਗੇ ਕੱਟਣ ਦਾ ਕੰਮ ਕੀਤਾ ਅਤੇ ਜਲਦੀ ਹੀ ਉਹਨਾਂ ਨੇ ਆਪਣਾ ਆਤਮ ਵਿਸ਼ਵਾਸ ਪਾ ਲਿਆ ਅਤੇ ਮਸ਼ੀਨ ਵੀ ਚਲਾਉਣ ਲੱਗ ਪਈ, ਜਿਸ ਦੇ ਉਹਨਾਂ ਨੂੰ ਮਹੀਨੇ ਦੇ 225 ਰੁਪਏ ਮਿਲਣ ਲੱਗ ਪਏ। ਇਸੇ ਦੌਰਾਨ ਕਿਸੇ ਕਾਰਨ ਕਰਕੇ ਉਹਨਾਂ ਦੇ ਪਿਤਾ ਦੀ ਨੌਕਰੀ ਚਲੀ ਗਈ ਅਤੇ ਹੁਣ ਕਲਪਨਾ ਦਾ ਸਾਰਾ ਪਰਿਵਾਰ ਮੁੰਬਈ ਆ ਕੇ ਰਹਿਣ ਲੱਗ ਪਿਆ ਅਤੇ ਹੌਲੀ ਹੌਲੀ ਸਭ ਠੀਕ ਹੋ ਰਿਹਾ ਸੀ। ਤਦੇ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਕਲਪਨਾ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਉਹਨਾਂ ਦੀ ਭੈਣ ਦੀ ਇੱਕ ਗੰਭੀਰ ਬਿਮਾਰੀ ਨਾਲ ਮੌਤ ਹੋ ਗਈ। ਉਸ ਵੇਲੇ ਕਲਪਨਾ ਨੂੰ ਇਹ ਅਹਿਸਾਸ ਹੋਇਆ ਕਿ ਜੇ ਦੁਨੀਆ ਵਿੱਚ ਸਭ ਤੋਂ ਵੱਡੀ ਬਿਮਾਰੀ ਹੈ ਤਾਂ ਉਹ ਹੈ ਗਰੀਬੀ। ਉਸ ਦਿਨ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਇਸ ਬਿਮਾਰੀ ਨੂੰ ਮੈਂ ਆਪਣੀ ਜ਼ਿੰਦਗੀ ਵਿੱਚੋਂ ਹਮੇਸ਼ਾ ਲਈ ਖਤਮ ਕਰ ਦੇਵਾਂਗੀ। ਉਹਨਾਂ ਨੇ ਆਪਣੇ ਘਰੇ ਸਿਲਾਈ ਮਸ਼ੀਨਾਂ ਲਗਾ ਲਈਆਂ ਅਤੇ ਆਪਣੇ ਪਰਿਵਾਰ ਨਾਲ ਮਿਲ ਕੇ 16 ਘੰਟੇ ਕੰਮ ਕਰਨ ਲੱਗ ਪਈ। ਉਹਨਾਂ ਦੀ ਕੜੀ ਮਿਹਨਤ ਦੀ ਇਹ ਆਦਤ ਅੱਜ ਵੀ ਬਰਕਰਾਰ ਹੈ। ਸਿਲਾਈ ਦੇ ਕੰਮ ਨਾਲ ਇਹ ਪੈਸੇ ਆ ਜਾਂਦੇ ਸੀ, ਪਰ ਇਹ ਪੈਸੇ ਕਾਫੀ ਨਹੀਂ ਸਨ। ਇਸ ਲਈ ਉਹਨਾਂ ਨੇ ਬਿਜ਼ਨਸ ਕਰਨ ਦਾ ਸੋਚਿਆ। ਉਹਨਾਂ ਦੇ ਇਲਾਕੇ ਵਿੱਚ ਇੱਕ ਬੰਦਾ ਸੀ ਜੋ ਲੋਨ ਦਿਵਾਉਣ ਦਾ ਕੰਮ ਕਰਦਾ ਸੀ। ਉਸ ਬੰਦੇ ਨੇ ਕਿਹਾ ਕਿ 50,000 ਦਾ ਲੋਨ ਚਾਹੀਦਾ ਹੈ ਤਾਂ 10,000 ਇੱਧਰ ਉੱਧਰ ਖਵਾਉਣੇ ਪੈਣੇ ਹਨ, ਪਰ ਕਲਪਨਾ ਇਸ ਲਈ ਤਿਆਰ ਨਹੀਂ ਹੋਈ। ਇਸੇ ਰਿਸ਼ਵਤਖੋਰੀ ਨਾਲ ਨਿਬੜਨ ਲਈ ਉਹਨਾਂ ਨੇ ਕੁਝ ਬੰਦਿਆਂ ਨਾਲ ਮਿਲ ਕੇ ਇੱਕ ਟੀਮ ਤਿਆਰ ਕੀਤੀ ਜੋ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਸਹੀ ਜਾਣਕਾਰੀ ਦਿੰਦੀ ਸੀ ਅਤੇ ਲੋਕਾਂ ਨੂੰ ਲੋਨ ਦਿਵਾਉਣ ਵਿੱਚ ਮਦਦ ਕਰਦੀ ਸੀ। ਹੌਲੀ ਹੌਲੀ ਇਹ ਲੋਕਾਂ ਦੀ ਟੀਮ ਕਾਫੀ ਮਸ਼ਹੂਰ ਹੋ ਗਈ ਅਤੇ ਸਮਾਜ ਲਈ ਨਿਸ਼ਕਾਮ ਸੇਵਾ ਕਰਨ ਦੇ ਕਾਰਨ ਕਲਪਨਾ ਸਰੋਜ ਦੀ ਜਾਣ ਪਛਾਣ ਉਹਨਾਂ ਵੱਡੇ ਲੋਕਾਂ ਨਾਲ ਹੋ ਗਈ। ਉਹਨਾਂ ਨੇ ਖੁਦ ਮਹਾਰਾਸ਼ਟਰ ਸਰਕਾਰ ਦੁਆਰਾ ਚਲਾਈ ਜਾ ਰਹੀ ਜੋਤੀਬਾ ਫੂਲੇ ਦੇ ਅੰਤਰਗਤ 50,000 ਦਾ ਕਰਜ਼ਾ ਲਿਆ ਅਤੇ 22 ਸਾਲ ਦੀ ਉਮਰ ਵਿੱਚ ਫਰਨੀਚਰ ਦਾ ਬਿਜ਼ਨਸ ਸ਼ੁਰੂ ਕਰ ਦਿੱਤਾ, ਜਿਸ ਵਿੱਚ ਉਹਨਾਂ ਨੂੰ ਕਾਫੀ ਸਫਲਤਾ ਮਿਲੀ। ਇਸ ਤੋਂ ਬਾਅਦ ਕਲਪਨਾ ਨੇ ਉਹਨਾਂ ਪੈਸਿਆਂ ਨਾਲ ਇੱਕ ਬਿਊਟੀ ਪਾਰਲਰ ਦਾ ਕੰਮ ਵੀ ਖੋਲ੍ਹਿਆ। ਇਸ ਤੋਂ ਬਾਅਦ ਕਲਪਨਾ ਨੇ ਇੱਕ ਸਟੀਲ ਫਰਨੀਚਰ ਵਪਾਰੀ ਨਾਲ ਵਿਆਹ ਕਰਾ ਲਿਆ। ਉਹਨਾਂ ਦੇ ਇੱਕ ਕੁੜੀ ਅਤੇ ਇੱਕ ਮੁੰਡਾ ਹੋਏ। ਸੰਨ 1979 ਵਿੱਚ ਪਤੀ ਦਾ ਦੇਹਾਂਤ ਹੋ ਗਿਆ। ਹੁਣ ਪਰਿਵਾਰ ਦਾ ਸਾਰਾ ਬੋਝ ਕਲਪਨਾ ਦੇ ਮੋਢਿਆਂ 'ਤੇ ਆ ਗਿਆ। ਇੱਕ ਦਿਨ ਇੱਕ ਵਪਾਰੀ ਆਪਣੀ ਜ਼ਮੀਨ 2.5 ਲੱਖ ਰੁਪਏ ਵਿੱਚ ਵੇਚਣ ਲਈ ਕਲਪਨਾ ਕੋਲ ਆਇਆ, ਲੇਕਿਨ ਉਹਨਾਂ ਦੇ ਕੋਲ ਜ਼ਮੀਨ ਖਰੀਦਣ ਲਈ ਪੈਸੇ ਨਹੀਂ ਸਨ। ਉਸ ਵਪਾਰੀ ਨੇ ਕਿਹਾ ਕਿ ਤੁਸੀਂ ਮੈਨੂੰ 1 ਲੱਖ ਰੁਪਇਆ ਹੁਣੇ ਦੇ ਦਿਓ ਅਤੇ ਬਾਕੀ ਦੇ ਬਾਅਦ ਵਿੱਚ ਦੇ ਦਿਓ। ਕਲਪਨਾ ਨੇ ਆਪਣੀ ਬਚਤ ਅਤੇ ਥੋੜ੍ਹੇ ਜਿਹੇ ਪੈਸੇ ਉਧਾਰ ਫੜ ਕੇ ਉਸ ਨੂੰ 1 ਲੱਖ ਰੁਪਏ ਦੇ ਦਿੱਤੇ, ਲੇਕਿਨ ਬਾਅਦ ਵਿੱਚ ਉਹਨਾਂ ਨੂੰ ਪਤਾ ਚੱਲਿਆ ਵੀ ਜ਼ਮੀਨ ਰੌਲੇ ਵਾਲੀ ਸੀ ਅਤੇ ਉਸ 'ਤੇ ਕੁਝ ਬਣਾਇਆ ਵੀ ਨਹੀਂ ਜਾ ਸਕਦਾ। ਉਹਨਾਂ ਨੇ 2 ਸਾਲ ਤੱਕ ਭੱਜ ਦੌੜ ਕਰਕੇ ਜ਼ਮੀਨ ਦੇ ਨਾਲ ਜੁੜੇ ਸਾਰੇ ਮਸਲੇ ਸੁਲਝਾ ਲਏ। 2.5 ਲੱਖ ਵਾਲੀ ਜ਼ਮੀਨ ਰਾਤੋਂ ਰਾਤ 50 ਲੱਖ ਦੀ ਬਣ ਗਈ। ਇੰਨੀ ਮਹਿੰਗੀ ਜ਼ਮੀਨ ਦਾ ਇੱਕ ਔਰਤ ਦਾ ਮਾਲਕਣ ਬਣਨਾ ਇਲਾਕੇ ਦੇ ਗੁੰਡਿਆਂ ਨੂੰ ਪਚਿਆ ਨਹੀਂ ਅਤੇ ਉਹਨਾਂ ਨੇ ਕਲਪਨਾ ਨੂੰ ਮਾਰਨ ਦਾ ਪਲਾਨ ਬਣਾ ਲਿਆ। ਫਿਰ ਕਲਪਨਾ ਦੇ ਚੰਗੇ ਕਰਮਾਂ ਕਰਕੇ ਕਿਸੇ ਨੇ ਕਤਲ ਤੋਂ ਪਹਿਲਾਂ ਹੀ ਕਲਪਨਾ ਨੂੰ ਇਸ ਪਲਾਨ ਬਾਰੇ ਦੱਸ ਦਿੱਤਾ। ਪੁਲਿਸ ਦੀ ਮਦਦ ਨਾਲ ਉਹਨਾਂ ਗੁੰਡਿਆਂ ਨੂੰ ਫੜ ਲਿਆ। ਇਸ ਘਟਨਾ ਤੋਂ ਬਾਅਦ ਕਲਪਨਾ ਆਪਣੇ ਕੋਲ ਇੱਕ ਲਾਇਸੈਂਸ ਰਿਵਾਲਵਰ ਰੱਖਣ ਲੱਗ ਪਈ। ਉਹਨਾਂ ਦਾ ਕਹਿਣਾ ਸੀ ਕਿ ਮੈਂ ਬਾਬਾ ਸਾਹਿਬ ਅੰਬੇਦਕਰ ਦੇ ਇਸ ਬਚਨ ਵਿੱਚ ਵਿਸ਼ਵਾਸ ਰੱਖਦੀ ਹਾਂ ਕਿ 100 ਦਿਨ ਭੇਡ ਦੀ ਤਰ੍ਹਾਂ ਜੀਣ ਨਾਲੋਂ ਇੱਕ ਦਿਨ ਸ਼ੇਰ ਦੀ ਤਰ੍ਹਾਂ ਜ਼ਿੰਦਗੀ ਜੀਣਾ ਜ਼ਿਆਦਾ ਬਿਹਤਰ ਹੈ। ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਤੋਂ ਬਾਅਦ ਉਹ ਮੌਤ ਨੂੰ ਇੰਨੀ ਨੇੜੋਂ ਦੇਖ ਚੁੱਕੀ ਸੀ ਕਿ ਉਹਨਾਂ ਦੇ ਅੰਦਰੋਂ ਮਰਨ ਦਾ ਡਰ ਖਤਮ ਹੋ ਚੁੱਕਿਆ ਸੀ। ਉਹਨਾਂ ਨੇ ਆਪਣੇ ਦੁਸ਼ਮਣਾਂ ਨੂੰ ਸਾਫ਼ ਚੇਤਾਵਨੀ ਦੇ ਦਿੱਤੀ ਸੀ ਕਿ ਇਸ ਤੋਂ ਪਹਿਲਾਂ ਤੁਸੀਂ ਮੈਨੂੰ ਮਾਰੋ, ਜਾਣ ਲਵੋ ਮੇਰੀ ਰਿਵਾਲਵਰ ਵਿੱਚ 6 ਗੋਲੀਆਂ ਹਨ। 6ਵੀਂ ਗੋਲੀ ਖਤਮ ਹੋਣ ਤੋਂ ਬਾਅਦ ਹੀ ਕੋਈ ਮੈਨੂੰ ਮਾਰ ਸਕਦਾ ਹੈ। ਅਤੇ ਮਾਮਲਾ ਸ਼ਾਂਤ ਹੋ ਗਿਆ ਅਤੇ ਇਸ ਤੋਂ ਬਾਅਦ ਉਹਨਾਂ ਨੇ ਜ਼ਮੀਨ 'ਤੇ ਕੰਸਟਰਕਸ਼ਨ ਦੀ ਸੋਚੀ, ਪਰ ਇਸ ਲਈ ਉਹਨਾਂ ਕੋਲ ਪੈਸੇ ਨਹੀਂ ਸਨ। ਇਸ ਕਰਕੇ ਉਹਨਾਂ ਨੇ ਇੱਕ ਬਿਜ਼ਨਸਮੈਨ ਨਾਲ ਪਾਰਟਨਰਸ਼ਿਪ ਕਰ ਲਈ। ਉਹਨਾਂ ਨੇ ਕਿਹਾ ਜ਼ਮੀਨ ਮੇਰੀ ਅਤੇ ਕੰਸਟਰਕਸ਼ਨ ਤੁਹਾਡੀ। ਉਹਨਾਂ ਦੇ ਮੁਨਾਫੇ ਵਿੱਚੋਂ 65% ਆਪਣੇ ਸ਼ੇਅਰ ਐਗਰੀਮੈਂਟ ਕਰਾ ਕੇ 4.5 ਕਰੋੜ ਕਮਾਏ। ਇਸ ਤੋਂ ਬਾਅਦ ਇੱਕ ਕੰਪਨੀ ਸੀ ਕਮਾਨੀ ਟਿਊਬਸ, ਜੋ 1985 ਵਿੱਚ ਲੇਬਰ ਯੂਨੀਅਨ ਅਤੇ ਮੈਨੇਜਮੈਂਟ ਵਿੱਚ ਵਿਵਾਦ ਹੋਣ ਦੇ ਕਾਰਨ ਬੰਦ ਕਰ ਦਿੱਤੀ ਗਈ। ਸੰਨ 1988 ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਇਤਿਹਾਸਕ ਫੈਸਲੇ ਵਿੱਚ ਕੰਪਨੀ ਦਾ ਮਾਲਕਾਨਾ ਹੱਕ ਵਰਕਰ ਨੂੰ ਦੇ ਦਿੱਤਾ ਗਿਆ। ਵਰਕਰ ਇਸ ਨੂੰ ਠੀਕ ਤਰ੍ਹਾਂ ਨਹੀਂ ਚਲਾ ਸਕੇ ਅਤੇ ਕੰਪਨੀ 'ਤੇ ਕਰੋੜਾਂ ਦਾ ਕਰਜ਼ਾ ਆਉਂਦਾ ਚਲਾ ਗਿਆ। ਇਸ ਸਥਿਤੀ ਤੋਂ ਨਿਬੜਨ ਲਈ ਕਮਾਨੀ ਟਿਊਬਸ ਦੇ ਵਰਕਰਸ ਸੰਨ 2000 ਵਿੱਚ ਕਲਪਨਾ ਸਰੋਜ ਦੇ ਕੋਲ ਗਏ। ਉਹਨਾਂ ਨੇ ਸੁਣਿਆ ਹੋਇਆ ਸੀ ਕਿ ਕਲਪਨਾ ਸਰੋਜ ਅਗਰ ਮਿੱਟੀ ਨੂੰ ਵੀ ਹੱਥ ਲਗਾ ਦੇਵੇ ਤਾਂ ਮਿੱਟੀ ਵੀ ਸੋਨਾ ਬਣ ਜਾਂਦੀ ਹੈ। ਕਲਪਨਾ ਨੂੰ ਜਦੋਂ ਦੱਸਿਆ ਗਿਆ ਕਿ ਕੰਪਨੀ 'ਤੇ 116 ਕਰੋੜ ਦੇ ਕਰਜ਼ੇ ਵਿੱਚ ਡੁੱਬੀ ਹੋਈ ਹੈ ਅਤੇ ਉਸ 'ਤੇ 140 ਮਾਮਲੇ ਵੀ ਹਨ, ਤਾਂ ਉਹਨਾਂ ਨੇ ਕੰਪਨੀ ਵਿੱਚ ਹੱਥ ਪਾਉਣ ਤੋਂ ਮਨਾ ਕਰ ਦਿੱਤਾ। ਪਰ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਕੰਪਨੀ 'ਤੇ 3,500 ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰ ਦਾ ਭਵਿੱਖ ਟਿਕਿਆ ਹੋਇਆ ਹੈ ਅਤੇ ਬਹੁਤ ਸਾਰੇ
ਮਜ਼ਦੂਰ ਭੁੱਖਮਰੀ ਨਾਲ ਮਰ ਰਹੇ ਹਨ ਅਤੇ ਭੀਖ ਵੀ ਮੰਗ ਰਹੇ ਹਨ ਤੇ ਉਹ ਕੰਪਨੀ ਦੀ ਮਦਦ ਕਰਨ ਲਈ ਤਿਆਰ ਹੋ ਗਈ। ਬੋਲਡ ਵਿੱਚ ਆਉਂਦੇ ਹੀ ਉਹਨਾਂ ਨੇ ਸਭ ਤੋਂ ਪਹਿਲਾਂ 10 ਲੋਕਾਂ ਦੀ ਕੋਰ ਟੀਮ ਬਣਾਈ, ਜਿਸ ਵਿੱਚ ਅਲੱਗ-ਅਲੱਗ ਫੀਲਡ ਦੇ ਐਕਸਪਰਟ ਸੀ। ਫਿਰ ਉਹਨਾਂ ਨੇ ਇੱਕ ਰਿਪੋਰਟ ਤਿਆਰ ਕਰਵਾਈ, ਕਿਸ ਦਾ ਕਿੰਨਾ ਪੈਸਾ ਬਕਾਇਆ ਹੈ। ਉਸ ਵਿੱਚ ਬੈਂਕ ਅਤੇ ਸਰਕਾਰ ਅਤੇ ਉਦਯੋਗਪਤੀਆਂ ਦੇ ਪੈਸੇ ਵੀ ਸਨ। ਕੰਪਨੀ ਤੇ ਜੋ ਵੀ ਉਧਾਰ ਸੀ ਉਸ ਵਿੱਚੋਂ ਅੱਧੇ ਨਾਲੋਂ ਜ਼ਿਆਦਾ ਕਰਜ਼, ਪੈਨਲਟੀ ਤੇ ਇੰਟਰਸਟ ਸੀ। ਕਲਪਨਾ ਸਰੋਜ ਮੌਕੇ ਦੇ ਵਿੱਤ ਮੰਤਰੀ ਨੂੰ ਮਿਲਣ ਗਈ ਅਤੇ ਉਹਨਾਂ ਨੂੰ ਦੱਸਿਆ ਕਿ ਕਮਾਨੀ ਕੰਪਨੀ ਕੋਲ ਕੁਝ ਵੀ ਨਹੀਂ ਹੈ। ਅਗਰ ਤੁਸੀਂ ਇੰਟਰਸਟ ਅਤੇ ਪੈਨਲਟੀ ਮਾਫ ਕਰ ਦਿਓ ਤਾਂ ਅਸੀਂ ਕ੍ਰੈਡੀਟਰ ਨੂੰ ਉਹਨਾਂ ਦਾ ਮੂਲ ਧਨ ਵਾਪਸ ਕਰ ਸਕਦੇ ਹਾਂ, ਅਤੇ ਜੇ ਐਵੇਂ ਨਾ ਹੋਇਆ ਤਾਂ ਕੋਰਟ ਕੰਪਨੀ ਦਾ ਲਿਕੁਇਡੇਸ਼ਨ ਕਰਨ ਹੀ ਵਾਲੀ ਹੈ। ਅਗਰ ਐਵੇਂ ਹੋਇਆ ਤਾਂ ਕ੍ਰੈਡੀਟਰ ਨੂੰ 1 ਵੀ ਰੁਪਈਆ ਨਹੀਂ ਮਿਲਣਾ। ਵਿੱਤ ਮੰਤਰੀ ਨੇ ਬੈਂਕ ਨੂੰ ਕਲਪਨਾ ਦੀ ਮੀਟਿੰਗ ਦਾ ਸੁਨੇਹਾ ਦਿੱਤਾ। ਮੀਟਿੰਗ ਵਿੱਚ ਬੈਂਕ ਨੇ ਕਲਪਨਾ ਸਰੋਜ ਤੋਂ ਪ੍ਰਭਾਵਿਤ ਹੋਏ ਅਤੇ ਨਾਲ ਹੀ ਪੈਨਲਟੀ ਤੇ ਇੰਟਰਸਟ ਮਾਫ ਕੀਤਾ। ਸਗੋਂ ਇੱਕ ਲੇਡੀ ਅੰਤਰਪ੍ਰੈਨਿਓਰ ਦੁਆਰਾ ਜੈਨੂਨ ਐਫਰਟ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਰਜ਼ ਦੇ ਮੂਲ ਧਨ ਵਿੱਚੋਂ 25% ਵੀ ਘੱਟ ਕਰ ਦਿੱਤੇ ਗਏ। ਕਲਪਨਾ ਸਰੋਜ ਕੰਪਨੀ ਲਈ ਸੰਨ 2000 ਤੋਂ ਸੰਘਰਸ਼ ਕਰ ਰਹੀ ਸੀ ਅਤੇ ਸੰਨ 2006 ਵਿੱਚ ਕੋਰਟ ਨੇ ਉਹਨਾਂ ਨੂੰ ਕਮਾਨੀ ਇੰਡਸਟਰੀ ਦਾ ਮਾਲਕ ਬਣਾ ਦਿੱਤਾ। ਕਲਪਨਾ ਸਰੋਜ ਨੂੰ 7 ਸਾਲਾਂ ਵਿੱਚ ਬੈਂਕ ਦਾ ਕਰਜ਼ਾ ਖਤਮ ਕਰਨ ਦਾ ਨਿਰਦੇਸ਼ ਦਿੱਤਾ ਗਿਆ, ਜੋ ਉਹਨਾਂ ਨੇ 1 ਸਾਲ ਦੇ ਵਿੱਚ ਹੀ ਦੇ ਦਿੱਤੇ। ਇਸ ਤੋਂ ਬਾਅਦ ਉਹਨਾਂ ਨੇ ਕੰਪਨੀ ਦਾ ਮਾਡਰਨਾਈਜੇਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਇੱਕ ਕਮਜ਼ੋਰ ਕੰਪਨੀ ਨੂੰ ਇੱਕ ਪ੍ਰੋਫਿਟੇਬਲ ਕੰਪਨੀ ਬਣਾ ਦਿੱਤਾ। ਕਲਪਨਾ ਸਰੋਜ ਦਾ ਹੀ ਕਮਾਲ ਹੈ ਕਿ ਅੱਜ ਉਹਨਾਂ ਦੀ ਕੰਪਨੀ ਦੀ ਕੀਮਤ 3000 ਕਰੋੜ ਤੋਂ ਵੀ ਜ਼ਿਆਦਾ ਹੈ। ਉਹਨਾਂ ਦੀ ਇਸ ਮਹਾਨ ਉਪਲਬਧੀ ਕਰਕੇ ਉਹਨਾਂ ਨੂੰ 2013 ਵਿੱਚ ਪਦਮ ਸ਼੍ਰੀ ਸਨਮਾਨ ਨਾਲ ਵੀ ਨਵਾਜਿਆ ਗਿਆ। ਕੋਈ ਬੈਂਕਿੰਗ ਬੈਕਗਰਾਊਂਡ ਦੇ ਨਾ ਹੁੰਦੇ ਹੋਏ ਵੀ ਸਰਕਾਰ ਨੇ ਉਹਨਾਂ ਨੂੰ ਭਾਰਤੀ ਮਹਿਲਾ ਬੈਂਕ ਦੇ ਬੋਰਡ ਆਫ ਡਾਇਰੈਕਟਰ ਵਿੱਚ ਸ਼ਾਮਲ ਕੀਤਾ। ਕਲਪਨਾ ਸਰੋਜ ਦੀ ਕਹਾਣੀ ਕਲਪਨਾ ਤੋਂ ਵੀ ਪਰੇ ਹੈ। ਅੱਜ ਅਸੀਂ ਜਿਸ ਤਰ੍ਹਾਂ ਦੇ ਵੀ ਹੋਈਏ, ਪੜ੍ਹੇ ਲਿਖੇ, ਅਨਪੜ੍ਹ, ਅਮੀਰ ਜਾਂ ਗਰੀਬ, ਇਸ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਅਸੀਂ ਆਪਣੀ ਸੋਚ ਨਾਲ, ਮਿਹਨਤ ਦੇ ਨਾਲ ਅਤੇ ਆਪਣੇ ਕਰਮਾਂ ਨਾਲ ਕਿਸਮਤ ਬਦਲ ਸਕਦੇ ਹਾਂ। ਅਸੀਂ ਅਸੰਭਵ ਨੂੰ ਵੀ ਸੰਭਵ ਬਣਾ ਸਕਦੇ ਹਾਂ ਅਤੇ ਆਪਣੇ ਵੱਡੇ ਤੋਂ ਵੱਡੇ ਸੁਪਨੇ ਨੂੰ ਵੀ ਪੂਰਾ ਕਰ ਸਕਦੇ ਹਾਂ। ਮੈਂ ਆਸ ਕਰਦਾ ਇਹ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਤੇ ਇਸ ਵੀਡੀਓ ਨੇ ਤੁਹਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਹੋਵੇਗਾ। ਅਗਰ ਦੋਸਤੋ ਤੁਸੀਂ ਲੋਕਡਾਊਨ ਕਰਕੇ ਆਪਣੀ ਜੌਬ ਗਵਾ ਚੁੱਕੇ ਹੋ ਜਾਂ ਤੁਹਾਡੇ ਕਾਰੋਬਾਰ ਦੇ ਵਿੱਚ ਬਹੁਤ ਜ਼ਿਆਦਾ ਘਾਟਾ ਹੋ ਚੁੱਕਿਆ ਹੈ, ਅਗਰ ਤੁਹਾਡੀ ਸੇਲ ਦੀ ਗਰੋਥ ਬਹੁਤ ਜ਼ਿਆਦਾ ਘਟ ਚੁੱਕੀ ਹੈ ਤੇ ਆਪਣੀ ਸੇਲ ਨੂੰ 10x ਤੱਕ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਆਉਣ ਵਾਲੀ 27 ਸਤੰਬਰ ਨੂੰ ਡਾਕਟਰ ਵਿਵੇਕ ਬਿੰਦਰਾ ਰਾਹੀਂ ਇੱਕ ਫ੍ਰੀ ਵੈਬੀਨਾਰ ਕੀਤਾ ਜਾ ਰਿਹਾ ਹੈ, ਜਿਸ ਦਾ ਨਾਮ ਹੈ ਰਿਟੇਲ ਦਾ ਮਹਾਕੁੰਭ। ਇਸ ਵੈਬੀਨਾਰ ਕਰਕੇ ਤੁਹਾਨੂੰ ਕਾਫੀ ਜ਼ਿਆਦਾ ਨੌਲੇਜ ਮਿਲੇਗੀ ਕਿ ਆਪਣੇ ਕਾਰੋਬਾਰ ਨੂੰ ਕਿੱਦਾਂ ਵਧਾਉਣਾ ਹੈ, ਆਪਣੀ ਸੇਲ ਨੂੰ 10x ਤੱਕ ਕਿੱਦਾਂ ਲੈ ਕੇ ਆਉਣਾ ਹੈ। ਅਗਰ ਕਸਟਮਰ ਨਹੀਂ ਹੈ ਤਾਂ ਕਸਟਮਰ ਨੂੰ ਆਪਣੀ ਸ਼ਾਪ ਤੱਕ ਕਿਵੇਂ ਲੈ ਕੇ ਆਉਣਾ ਹੈ। ਤੇ ਇਹ ਵੈਬੀਨਾਰ ਬਿਲਕੁਲ ਹੀ ਫ੍ਰੀ ਹੈ। ਇਸ ਦੇ ਉੱਤੇ 1 ਰੁਪਿਆ ਨਹੀਂ ਤੁਸੀਂ ਖਰਚ ਕਰਨਾ। ਤੁਸੀਂ ਸਿਰਫ ਨੀਚੇ ਦਿੱਤੇ ਲਿੰਕ ਤੇ ਜਾ ਕੇ ਰਜਿਸਟ੍ਰੇਸ਼ਨ ਕਰਨੀ ਹੈ ਤੇ ਰਜਿਸਟ੍ਰੇਸ਼ਨ ਕਰੋ। 27 ਸਤੰਬਰ ਨੂੰ ਇਹ ਵੈਬੀਨਾਰ ਜ਼ਰੂਰ ਦੇਖੋ ਤੇ ਨੀਚੇ ਦਿੱਤੇ ਲਿੰਕ ਤੇ ਜਾ ਕੇ ਕਲਿੱਕ ਕਰੋ ਤੇ ਕਲਿੱਕ ਕਰਕੇ ਆਪਣਾ ਰਜਿਸਟ੍ਰੇਸ਼ਨ ਫਾਰਮ ਫਿਲ ਕਰੋ ਤੇ 27 ਸਤੰਬਰ ਨੂੰ ਇਹ ਵੈਬੀਨਾਰ ਜ਼ਰੂਰ ਦੇਖੋ, ਬਾਕੀਆਂ ਨੂੰ ਵੀ ਦਿਖਾਓ ਤੇ ਇਹ ਵੈਬੀਨਾਰ ਕਰਕੇ ਤੁਹਾਡੀ ਸੇਲ ਤੇ ਤੁਹਾਡਾ ਕਾਰੋਬਾਰ ਜ਼ਰੂਰ ਵਧੇਗਾ।